ਸੰਧੂ ਸਾਹਿਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕੀਤਾ। ਪੁੱਛ ਪੜਤਾਲ 6 ਘੰਟੇ ਚੱਲੀ ਹੈ ਤੇ ਰੇਤ ਖਨਨ, ਰੇਤ ਮਾਫੀਆ, ਸੈਂਡ ਮਾਈਨਿੰਗ ਇਸ ਮਾਮਲੇ ਵਿੱਚ ਸਵਾਲ ਕੀਤੇ ਗਏ ਨੇ ਜੀ। ਕਿਹੋ ਜਿਹੀ ਗੱਲਬਾਤ ਹੈ ਤੇ ਕੀ ਜਾਣਕਾਰੀ ਹੈ ਇਹਦੀ? ਇਸ ਗੱਲ ਦੀਆਂ ਸੰਭਾਵਨਾਵਾਂ ਤਾਂ ਰਮਨ ਜੀ ਪਹਿਲਾਂ ਹੀ ਸੀ। ਆਪਾਂ ਜਦੋਂ ਜਦੋਂ ਵੀ ਗੱਲ ਕਰਦੇ ਰਹੇ ਹਾਂ ਰੇਤ ਮਾਫੀਆ ਦੀ, ਔਰ ਇਸ ਦੌਰਾਨ ਜਦੋਂ ਨਵੀਂ ਸਰਕਾਰ ਬਣ ਗਈ ਉਹ ਵੀ ਗੱਲ ਕਰਦੇ ਰਹੇ ਆ, ਚੋਣ ਮੁਹਿੰਮ ਵਿੱਚ ਵੀ ਗੱਲ ਕਰਦੇ ਰਹੇ ਆ ਕਿ 20,000 ਕਰੋੜ ਦਾ ਕਾਰੋਬਾਰ ਜਿਹੜਾ ਇਹਦੇ ਵਿੱਚ ਹੀ ਹੁੰਦਾ, ਰੇਤ ਮਾਫੀਆ ਦੇ ਵਿੱਚ, ਰੇਤਾ ਦੇ ਕਾਰੋਬਾਰ ਵਿੱਚ, ਔਰ ਉਸ ਨੂੰ ਲੁੱਟਿਆ ਜਾ ਰਿਹਾ ਲੋਕਾਂ ਵੱਲੋਂ ਦੋਹੀਂ ਹੱਥੀਂ। ਅਤੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਂ ਉਸ ਵੇਲੇ ਇਹਦੇ ਨਾਲ ਜੁੜਿਆ ਸੀ ਜਦੋਂ ਉਹਨਾਂ ਦਾ ਜਿਹੜਾ ਇੱਕ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੈ ਭੁਪਿੰਦਰ ਸਿੰਘ ਹਨੀ, ਉਸ ਨੂੰ ਈਡੀ ਨੇ ਆਪਣੇ ਕਲਾਵੇ 'ਚ ਲਿਆ ਸੀਗਾ, ਪੁੱਛਗਿੱਛ ਕੀਤੀ ਸੀ, ਬਾਅਦ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਘਰੋਂ ਅਤੇ ਉਹਦੇ ਇੱਕ ਹੋਰ ਦੋਸਤ ਦੇ ਘਰੋਂ 10 ਕਰੋੜ ਰੁਪਏ ਦਾ ਜਿਹੜੀ ਸੀ ਨਕਦੀ ਮਿਲੀ। ਇਹ ਇੱਕ ਬੜਾ ਹੈਰਾਨੀਜਨਕ ਮਾਮਲਾ ਸੀਗਾ, ਔਰ ਬੜੀ ਵੱਡੀ ਗੱਲ ਵੀ ਇਹ ਸੀ। ਉਸ ਤੋਂ ਬਾਅਦ 2 ਵਾਰ ਉਹਦਾ ਰਿਮਾਂਡ ਲਿਆ ਗਿਆ, ਫਿਰ ਪੁੱਛਗਿੱਛ ਕੀਤੀ ਗਈ। ਜਦੋਂ ਰਿਮਾਂਡ ਲਿਆ ਗਿਆ, ਇਹ 4 ਬੰਦਿਆਂ ਕੋਲੋਂ ਪੁੱਛਗਿੱਛ ਕੀਤੀ ਸੀ ਉਸ ਵੇਲੇ ਈਡੀ ਨੇ। ਇੱਕ ਹਨੀ ਕੋਲੋਂ ਪੁੱਛਗਿੱਛ ਕੀਤੀ ਸੀ, ਇੱਕ ਉਹਨਾਂ ਦੇ ਪਿਤਾ ਸੰਤੋਖ ਸਿੰਘ ਜੀ ਉਹਨਾਂ ਤੋਂ ਕੀਤੀ ਸੀ, ਇੱਕ ਕੁਦਰਤਦੀਪ ਸਿੰਘ ਨਾਂ ਦਾ ਵਿਅਕਤੀ ਸੀ ਉਹਦੇ ਤੋਂ ਕੀਤੀ ਸੀ, ਇੱਕ ਸੰਦੀਪ ਨਾਂ ਦਾ ਵਿਅਕਤੀ ਸੀ ਜਿਹਦੇ ਘਰੋਂ 2 ਕਰੋੜ ਰੁਪਇਆ ਮਿਲਿਆ ਸੀ। ਤਾਂ ਇਹਨਾਂ ਸਾਰਿਆਂ ਤੋਂ ਜਦੋਂ ਪੁੱਛਿਆ ਸੀ, ਪਹਿਲਾਂ ਤਾਂ ਇਹ ਗੱਲ ਸਾਬਤ ਹੋਈ ਸੀ ਕਿ ਹਾਂ ਜੀ ਇਹ ਸਾਰਾ ਪੈਸਾ ਭੁਪਿੰਦਰ ਸਿੰਘ ਹਨੀ ਦੇ ਨਾਲ ਸੰਬੰਧਿਤ ਹੈ। ਅਤੇ ਭੁਪਿੰਦਰ ਸਿੰਘ ਹਨੀ ਤੋਂ ਜਦੋਂ ਪੁੱਛਗਿੱਛ ਕੀਤੀ ਸੀ ਤਾਂ ਉਹਨਾਂ ਨੇ ਫਿਰ ਇਹ ਗੱਲ ਮੰਨੀ ਸੀ ਕਿ ਜਿਹੜਾ ਇਹ ਰੇਤ ਕਾਰੋਬਾਰ ਦੇ ਸੰਬੰਧ ਵਿੱਚ ਕੁਝ ਲੋਕਾਂ ਦੀਆਂ ਨਿਯੁਕਤੀਆਂ, ਕੁਝ ਲੋਕਾਂ ਦੀਆਂ ਬਦਲੀਆਂ ਉਹ ਕਰਵਾਉਣ ਦੇ ਮਾਮਲੇ 'ਚ ਇਹ ਸਾਰਾ ਪੈਸਾ ਜਿਹੜਾ ਇਕੱਠਾ ਕੀਤਾ ਗਿਆ ਸੀ। ਕਿਉਂਕਿ ਉਹ ਮੁੱਖ ਮੰਤਰੀ ਦੇ ਬਹੁਤ ਜ਼ਿਆਦਾ ਨੇੜੇ ਸੀ, ਉਹਨਾਂ ਦੇ ਨਾਂ ਦੀ ਵਰਤੋਂ ਕਰਕੇ, ਅਸਲ ਸੂਖ ਦੀ ਵਰਤੋਂ ਕਰਕੇ ਇਹ ਸਾਰਾ ਜਿਹੜਾ ਸੀ ਪੈਸਾ ਉਹਨਾਂ ਨੇ ਗੋਲਮਾਲ ਕੀਤਾ। ਔਰ ਈਡੀ ਨੇ ਇਹ ਤੱਥ ਵੀ ਉਸ ਵੇਲੇ ਸਾਹਮਣੇ ਲਿਆਂਦੇ ਸੀ ਕਿ ਇਹ ਮਾਮਲਾ 10 ਕਰੋੜ ਦਾ ਨਹੀਂ 325 ਕਰੋੜ ਦਾ ਹੈ ਅਤੇ ਇਹਦੀਆਂ ਤਾਰਾਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਚਰਨਜੀਤ ਸਿੰਘ ਚੰਨੀ ਨਾਲ ਵੀ ਜੁੜ ਸਕਦੀਆਂ ਨੇ। ਉਸ ਵੇਲੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਸੀਗੇ, ਇਸ ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਸੀ, ਔਰ ਸੰਭਾਵਨਾ ਤਾਂ ਬਣ ਹੀ ਰਹੀ ਸੀ ਕਿਉਂਕਿ ਜਦੋਂ ਵਾਰ-ਵਾਰ ਨਾਂ ਆ ਰਿਹਾ ਸੀ ਚਰਨਜੀਤ ਸਿੰਘ ਚੰਨੀ ਦਾ, ਔਰ ਇਹਨਾਂ ਦੀ ਹਸਤੀ ਦਾ ਫਾਇਦਾ ਉਠਾ ਕੇ, ਇਹਨਾਂ ਦੇ ਰੁਤਬੇ ਦਾ, ਅਹੁਦੇ ਦਾ ਫਾਇਦਾ ਉਠਾ ਕੇ ਜੇ ਉਸ ਵਿਅਕਤੀ ਨੇ ਕੰਮ ਕੀਤਾ ਜਿਹੜਾ ਇਹਨਾਂ ਦਾ ਬਹੁਤ ਨੇੜਲਾ ਰਿਸ਼ਤੇਦਾਰ ਸੀ, ਔਰ ਜਿਹੜਾ ਅਕਸਰ ਇਹਨਾਂ ਦੇ ਦਫ਼ਤਰ ਵਿੱਚ ਅਤੇ ਇਹਨਾਂ ਦੇ ਘਰ ਆਉਣਾ ਜਾਣਾ ਸੀ ਉਹਦਾ ਸ਼ਰੇਆਮ, ਤਾਂ ਫਿਰ ਉਹ ਜਿਹੜੀਆਂ ਸੂਈ ਇਹਨਾਂ ਵਾਲੇ ਪਾਸੇ ਨੂੰ ਮੁੜਨੀ ਸੀ। ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਨੂੰ ਕਈ ਵਾਰ ਸੰਮਣ ਭੇਜੇ ਜਾ ਚੁੱਕੇ ਨੇ ਇਸ ਤੋਂ ਪਹਿਲਾਂ, ਹਜੇ ਕਿ ਉਹ ਖਬਰਾਂ ਜਿਹੜੀਆਂ ਨੇ ਉਹ ਜ਼ਾਹਰ ਨਹੀਂ ਹੋਈਆਂ, ਪਰ ਹੁਣ ਉਹ ਖਬਰਾਂ ਵੀ ਆਈਆਂ ਨੇ ਕਿ ਪਹਿਲਾਂ ਵੀ ਸੰਮਣ ਭੇਜੇ ਗਏ ਪਰ ਉਹ ਪੇਸ਼ ਨਹੀਂ ਹੋਏ ਅਤੇ ਕੱਲ੍ਹ ਫਿਰ ਉਹਨਾਂ ਨੂੰ ਪੇਸ਼ ਹੋਣਾ ਪਿਆ। ਸ਼ਾਮ ਨੂੰ ਜਲੰਧਰ ਦੇ ਵਿੱਚ ਜਿਹੜਾ ਈਡੀ ਦਾ ਦਫ਼ਤਰ ਹੈ ਉੱਥੇ ਉਹ ਪੇਸ਼ ਹੋਏ। 6 ਘੰਟੇ ਤੱਕ ਉਹਨਾਂ ਕੋਲੋਂ ਇਸ ਸੰਬੰਧ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਜਲੰਧਰ ਵਾਲੇ ਦਫ਼ਤਰ ਵਿੱਚ। ਹੁਣ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਆ ਉਹ ਤਾਂ ਬਾਹਰ ਜਾ ਕੇ ਇਹ ਬਿਆਨ ਦੇ ਰਹੇ ਨੇ ਕਿ ਹਾਂ ਜੀ ਮੈਂ ਗਿਆ ਸੀ, ਮੇਰੇ ਤੋਂ ਉਹਨਾਂ ਨੇ ਪੁੱਛਗਿੱਛ ਕੀਤੀ ਆ, ਹੁਣ ਉਹਨਾਂ ਨੇ ਕਿਹਾ ਕਿ ਦੁਬਾਰਾ ਤੁਹਾਨੂੰ ਆਉਣ ਦੀ ਲੋੜ ਨਹੀਂ। ਮਤਲਬ ਜੋ ਕੁਛ ਉਹਨਾਂ ਨੇ ਇਹਨਾਂ ਕੋਲੋਂ ਪੁੱਛਣਾ ਸੀ ਉਹ ਉਹਨਾਂ ਨੇ ਪੁੱਛ ਲਿਆ ਹੈ। ਉਸ ਸੰਬੰਧ ਵਿੱਚ ਅਜੇ ਪੂਰੇ ਖੁਲਾਸੇ ਨਹੀਂ ਹੋਏ। ਈਡੀ ਨੇ ਜਦੋਂ ਭੁਪਿੰਦਰ ਸਿੰਘ ਹਨੀ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਹਦੇ ਖੁਲਾਸੇ ਵੀ ਕਿਸ਼ਤਾਂ 'ਚ ਹੋਏ ਸੀ। ਕੁਛ ਮੌਕੇ 'ਤੇ ਗੱਲਾਂ ਕਹੀਆਂ, ਕੁਛ ਥੋੜ੍ਹੀ ਦੇਰ ਬਾਅਦ ਕਹੀਆਂ, ਫਿਰ ਜਦੋਂ ਚਾਰਜਸ਼ੀਟ ਦਾਇਰ ਕੀਤੀ ਗਈ ਫਿਰ ਕੁਛ ਗੱਲਾਂ ਉਹਦੇ ਵਿੱਚ ਕਹੀਆਂ ਗਈਆਂ। ਅਤੇ ਅਜੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਵਾਰ ਸਾਨੂੰ ਉਸ ਦਾ ਹੋਰ ਰਿਮਾਂਡ ਦਿੱਤਾ ਜਾਵੇ ਕਿਉਂਕਿ ਅਜੇ ਬਹੁਤ ਸਾਰਾ ਕੁਛ ਹੋਰ ਉਹਦੇ ਕੋਲੋਂ ਪਤਾ ਕਰਨਾ ਹੈ। ਤੀਜੀ ਵਾਰੀ ਰਿਮਾਂਡ ਅਦਾਲਤ ਨੇ ਨਹੀਂ ਦਿੱਤਾ ਸੀ, ਪਰ ਚਰਨਜੀਤ ਸਿੰਘ ਚੰਨੀ ਹੋਰਾਂ ਕੋਲੋਂ ਇੱਕ ਵਾਰ ਵਿੱਚ ਹੀ ਸਾਰਾ ਕੁਛ ਜੀ ਪੁੱਛਿਆ ਜਾ ਚੁੱਕਾ ਹੈ ਅਤੇ ਚੰਗੀ ਗੱਲ ਹੈ। ਉਹਦਾ ਖੁਲਾਸਾ ਜਿਹੜਾ ਪੂਰਾ ਵਿਸਥਾਰ ਸਹਿਤ ਅਜੇ ਸਾਹਮਣੇ ਆਵੇਗਾ। ਹਜੇ ਤੱਕ ਉਹ ਸਾਰੀਆਂ ਗੱਲਾਂ ਸਾਹਮਣੇ ਨਹੀਂ ਆਈਆਂ, ਪਰ ਫਿਰ ਵੀ ਜਿਹੜੀਆਂ ਮੋਟੀਆਂ ਗੱਲਾਂ ਈਡੀ ਦੇ ਅਧਿਕਾਰੀਆਂ ਨੇ, ਕੁਝ ਗੱਲਾਂ ਅਤੇ ਅਧਿਕਾਰੀਆਂ ਨੇ ਕਰ ਦਿੱਤੀਆਂ ਜਿਹੜੀਆਂ ਮੀਡੀਆ ਤੱਕ ਵੀ ਪਹੁੰਚ ਗਈਆਂ ਕਿ ਚੰਨੀ ਹੋਰਾਂ ਕੋਲੋਂ ਇਹ ਪੁੱਛਿਆ ਗਿਆ ਹੈ ਕਿ ਜਿਹੜੇ ਭੁਪਿੰਦਰ ਸਿੰਘ ਹਨੀ ਹੈ ਅਤੇ ਜਿਹੜੇ ਉਹਨਾਂ ਦੇ ਨਾਲ ਦੇ ਹੋਰ ਸਾਥੀ ਹੈ 3-4, ਉਹਦੇ ਨਾਲ ਤੁਹਾਡੇ ਕੀ ਸੰਬੰਧ ਨੇ, ਉਹਨਾਂ ਦੇ ਸੰਬੰਧਾਂ ਦੇ ਸੰਬੰਧ ਵਿੱਚ ਬਾਰੇ ਵਿੱਚ ਜਾਣਕਾਰੀ ਜਿਹੜੀ ਉਹ ਹਾਸਲ ਕੀਤੀ ਗਈ ਹੈ। ਦੂਜੀ ਗੱਲ ਇਹ ਪੁੱਛੀ ਗਈ ਹੈ ਕਿ ਜਦੋਂ ਅਕਸਰ ਹੀ CM ਦਫ਼ਤਰ ਵਿੱਚ ਹਨੀ ਜਿਹੜਾ ਆਉਂਦਾ ਜਾਂਦਾ ਸੀ ਅਤੇ ਉਸ ਦਾ ਕੀ ਮਕਸਦ ਸੀ ਅਤੇ ਕੀ ਸਬੱਬ ਸੀ ਉਹਦਾ, ਉਸ ਬਾਰੇ ਪੁੱਛਗਿੱਛ ਕੀਤੀ ਗਈ ਹੈ। ਜੋ ਕੁਛ ਉਹਨਾਂ ਕੋਲੋਂ ਬਰਾਮਦ ਹੋਇਆ ਉਹਦੇ ਬਾਰੇ ਪੁੱਛਗਿੱਛ ਕੀਤੀ ਗਈ ਹੈ। ਔਰ
ਇਹ ਰੇਤਾ ਦੇ ਸੰਬੰਧ ਵਿੱਚ ਵੀ ਗੱਲ ਕੀਤੀ ਗਈ ਹੈ। ਹੋਰ ਵੀ ਕਈ ਕੁਛ ਉਹਨਾਂ ਕੋਲੋਂ ਪੁੱਛਗਿੱਛ ਕੀਤਾ ਗਿਆ ਹੈ, ਪਰ ਅਜੇ ਪੂਰੀ ਤਰ੍ਹਾਂ ਉਹਦਾ ਖੁਲਾਸਾ ਜਿਹੜਾ ਹੈ ਸਾਹਮਣੇ ਕੋਈ ਜਿਹੜਾ ਅਧਿਕਾਰਤ ਬਿਆਨ ਹੈ ਈਡੀ ਦਾ ਉਹ ਹਜੇ ਤੱਕ ਨਹੀਂ ਆਇਆ। ਉਮੀਦ ਕਰਦੇ ਹਾਂ ਕਿ ਉਹ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦਾ ਬਿਆਨ ਆ ਜਾਏਗਾ। ਪਿਛਲੇ ਸਾਲ 18 ਜਨਵਰੀ ਨੂੰ ਸਭ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਨੋਟਿਸ ਵਿੱਚ ਆਇਆ ਸੀ, ਜਿਸ ਵੇਲੇ ਹਨੀ ਦਾ ਨਾਂ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਹੀ ਛਾਪੇਮਾਰੀ ਹੋਈ, ਉਸ ਤੋਂ ਬਾਅਦ ਹੀ ਪੈਸਾ ਬਰਾਮਦ ਹੋਇਆ, ਉਹਦੇ ਤੋਂ ਬਾਅਦ ਹੀ ਹਨੀ ਦੀ ਜਿਹੜੀ ਆ ਉਹ ਗ੍ਰਿਫਤਾਰੀ ਹੋਈ ਅਤੇ ਫਿਰ ਉਹਦੇ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਚਾਰਜ ਸ਼ੀਟ ਦਾਇਰ ਕੀਤੀ ਗਈ। ਕਿਉਂਕਿ ਈਡੀ ਇਹ ਤਾਂ ਦੱਸ ਹੀ ਚੁੱਕਾ ਹੈਗਾ ਕਿ ਹਨੀ ਨੇ ਆਪ ਹੀ ਇਸ ਚੀਜ਼ ਦਾ ਇਕਬਾਲ ਕੀਤਾ ਕਿ ਮੇਰੇ ਕੋਲ ਜਿਹੜਾ ਪੈਸਾ ਆਇਆ ਉਹ ਅਫਸਰਾਂ ਦੀਆਂ ਨਿਯੁਕਤੀਆਂ ਅਤੇ ਬਦਲੀਆਂ ਕਰਕੇ ਆਇਆ। ਹੁਣ ਇਹ ਗੱਲ ਤਾਂ ਬੜੀ ਸਧਾਰਨ ਹੈ ਕਿ ਹਨੀ ਦੀ ਆਪਣੇ ਪੱਧਰ ਦੇ ਉੱਤੇ ਕੋਈ ਇਹੋ ਜਿਹੀ ਪੋਸਟ ਨਹੀਂ, ਕੋਈ ਇਹੋ ਜਿਹਾ ਰੁਤਬਾ ਨਹੀਂ ਜਿਹੜਾ ਉਹ ਅਧਿਕਾਰੀਆਂ ਦੀਆਂ ਬਦਲੀਆਂ ਕਰ ਸਕਦਾ ਜਾਂ ਉਹਨਾਂ ਦੀਆਂ ਨਿਯੁਕਤੀਆਂ ਕਰ ਸਕਦਾ। ਇਸ ਕਰਕੇ ਉਹ ਬਦਲੀਆਂ ਅਤੇ ਨਿਯੁਕਤੀਆਂ ਕਿਹਨੇ ਕਰਵਾਉਣੀਆਂ ਸੀ? ਉਹ ਬਦਲੀਆਂ ਅਤੇ ਨਿਯੁਕਤੀਆਂ ਮੁੱਖ ਮੰਤਰੀ ਨੇ ਹੀ ਕਰਵਾਉਣੀਆਂ ਸੀ। ਸੋ ਇਸ ਕਰਕੇ ਸੰਬੰਧ ਜਿਹੜੇ ਨੇ ਉਹ ਜੁੜ ਰਹੇ ਨੇ। ਉਮੀਦ ਕਰਦੇ ਹਾਂ ਕਿ ਇਸ ਸੰਬੰਧ ਦੇ ਵਿੱਚ ਹੋਰ ਜਿਹੜਾ ਖੁਲਾਸਾ ਹੋਏਗਾ, ਹੋਰ ਜਿਹੜੀਆਂ ਗੱਲਾਂ ਨਿਖਰ ਕੇ ਸਾਰੀਆਂ ਸਾਹਮਣੇ ਆਉਣਗੀਆਂ ਅਤੇ ਫਿਰ ਆਪਾਂ ਨੂੰ ਇਹ ਗੱਲ ਸਮਝ ਆਏਗੀ ਕਿ ਜਿਹੜਾ ਰੌਲਾ ਪੈ ਰਿਹਾ ਹੈ, ਡਰੱਗਸ ਮਾਫੀਆ ਦਾ ਰੌਲਾ ਪੈ ਰਿਹਾ, ਰੇਤ ਮਾਫੀਆ ਦਾ ਰੌਲਾ ਪੈ ਰਿਹਾ, ਇੱਥੋਂ ਤੱਕ ਕਿ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਦਾ ਵੀ ਵਾਰ-ਵਾਰ ਜ਼ਿਕਰ ਛਿੜਦਾ, ਇਹ ਸਾਰੇ ਕੁਛ ਦੇ ਪਿੱਛੇ ਜੋ ਕੁਛ ਵੀ ਵੱਡੀਆਂ ਗੱਲਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਿਆਸੀ ਲੋਕਾਂ ਦਾ ਹੱਥ ਹੈ, ਚਾਹੇ ਉਹ ਕਿਸੇ ਪਾਰਟੀ ਦੇ ਹੋਣ ਜਾਂ ਕਿਸੇ ਧਿਰ ਦੇ ਹੋਣ ਜਾਂ ਕਿਸੇ ਇਲਾਕੇ ਦੇ ਹੋਣ, ਮਤਲਬ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਜਿਹੜੀਆਂ ਨੇ ਉਹਦੇ ਨਾਲ ਜੁੜਦੀਆਂ ਰਹੀਆਂ ਨੇ। ਜਾਂ ਉਸ ਤਰ੍ਹਾਂ ਦੀ ਘਪਲੇਬਾਜ਼ੀ ਜਿਹੜੀ ਉਹਨਾਂ ਨੇ ਆਪ ਕੀਤੀ ਹੈ ਅਤੇ ਜਾਂ ਫਿਰ ਉਹਨਾਂ ਨੇ ਕਰਨ ਵਾਲਿਆਂ ਦੇ ਪਿੱਛੇ ਹੱਥ ਰੱਖਿਆ ਜਾਂ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਕੋਈ ਨਾ ਕੋਈ ਐਕਸ਼ਨ, ਕੋਈ ਨਾ ਕੋਈ ਕਾਰਵਾਈ ਕੀਤੀ ਹੈ। ਆਪਾਂ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਪਹਿਲਾਂ ਇਸ ਚੀਜ਼ ਦਾ ਇਕਬਾਲ ਕਰ ਚੁੱਕੇ ਨੇ ਕਿ ਮੇਰੇ ਮੰਤਰੀ, ਮੇਰੀ ਪਾਰਟੀ ਦੇ ਜਿਹੜੇ ਲੋਕ ਨੇ ਔਰ ਜਿਹੜੇ ਸਰਕਾਰ ਵਿੱਚ ਬੈਠੇ ਨੇ ਉਹਨਾਂ ਦਾ ਵੀ ਇਸ ਮਾਮਲੇ ਵਿੱਚ ਹੱਥ ਰਿਹਾ ਹੈ ਰੇਤ ਦੇ ਕਾਰੋਬਾਰ ਵਿੱਚ, ਪਰ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਬਸ ਇੰਨੀ ਗੱਲ ਜਿਹੜੀ ਸੀ ਇਹਦੇ ਉੱਤੇ ਉਹ ਭੇਦ ਰੱਖ ਕੇ ਨੇ, ਇੰਨਾ ਇਕਬਾਲ ਉਹ ਵੀ ਕਰ ਗਏ ਨੇ ਕਿ ਸਾਡੇ ਬੰਦੇ ਇਹਦੇ ਵਿੱਚ ਸ਼ਾਮਲ ਨੇ। ਅਤੇ ਹੁਣ ਇਹ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਬੜੇ ਜ਼ੋਰ ਸ਼ੋਰ ਨਾਲ ਉਭਾਰੀ ਗਈ ਸੀ ਚੋਣ ਮੁਹਿੰਮ ਦੇ ਵਿੱਚ, ਔਰ ਕਿਹਾ ਗਿਆ ਸੀ, ਸਿੱਧੀ ਉਂਗਲੀ ਕੀਤੀ ਗਈ ਸੀ ਚਰਨਜੀਤ ਸਿੰਘ ਚੰਨੀ ਵੱਲ ਕਿ ਰੇਤਾ ਦਾ ਜਿਹੜਾ ਨਜਾਇਜ਼ ਕਾਰੋਬਾਰ ਹੋ ਰਿਹਾ ਉਹਦੇ ਪਿੱਛੇ ਉਹਨਾਂ ਦਾ ਹੱਥ ਹੈ। ਅਤੇ ਹੁਣ ਉਹ ਹੱਥ ਜਿਹੜਾ ਹੌਲੀ ਹੌਲੀ ਸਾਬਤ ਹੋਣਾ ਸ਼ੁਰੂ ਹੋ ਗਿਆ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਹੋਰ ਖੁਲਾਸੇ ਹੋਣਗੇ, ਆਪਾਂ ਆਪਣੇ ਸਰੋਤਿਆਂ ਨਾਲ ਸਾਂਝੇ ਕਰਾਂਗੇ। ਜੀ ਸੰਧੂ ਸਾਹਿਬ ਦੇ MSP ਦੇ ਬਾਰੇ ਕਹਿੰਦੇ ਆ ਭਾਰਤ ਸਰਕਾਰ ਤਾਂ ਦਾਅਵਾ ਕਰ ਰਹੀ ਹੈ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇ ਬਾਰੇ ਕਮੇਟੀ ਬਣਾਉਣ ਲਈ ਤਿਆਰ ਹਾਂ, ਪਰ ਕਿਸਾਨ ਸਾਥ ਨਹੀਂ ਦੇ ਰਹੇ। ਇਹ ਕਿਸਾਨਾਂ ਨੂੰ ਕੀ ਹੋ ਗਿਆ? ਇਹ ਤਾਂ MSP ਮੰਗਦੇ ਫਿਰਦੇ ਸੀ, ਥਾਂ ਥਾਂ 'ਤੇ ਭਟਕਦੇ, ਅਤੇ ਹੁਣ MSP ਨਹੀਂ ਚਾਹੁੰਦੇ, ਕੁਛ ਹੋਰ ਚਾਹੁੰਦੇ ਨੇ। ਤੋਮਰ ਸਾਹਿਬ ਦੀ ਗੱਲ 'ਤੇ ਕਿਵੇਂ ਯਕੀਨ ਕਰੀਏ ਕਿ ਕਿਸਾਨਾਂ 'ਤੇ ਕਰੀਏ ਕਿ ਕੀ ਕਹਾਣੀ ਹੈ? ਕਿਸਾਨਾਂ ਨੂੰ ਮੈਨੂੰ ਲੱਗਦਾ ਹਜੇ ਵੀ ਪੂਰੀ ਤਰ੍ਹਾਂ ਗੱਲ ਸਮਝ ਨਹੀਂ ਆਈ ਹੋਣੀ ਕਿ ਜੋ ਕੁਛ ਉਹ ਕੰਮ ਕਰਦੇ ਆ, ਜੋ ਖੇਤੀਬਾੜੀ ਦਾ ਕੰਮ ਹੈ, ਜੋ ਕਿਸਾਨੀ ਦਾ ਕੰਮ ਹੈ, ਉਹ ਵੱਖਰਾ ਆ। ਉਹਦੇ 'ਚੋਂ ਬੜੇ ਮਾਹਰ ਹੋ ਸਕਦੇ ਆ, ਉਹਨਾਂ ਨੂੰ ਪਤਾ ਹੋ ਸਕਦਾ ਕਿ ਏਕੜ ਵਿੱਚ ਸਰੋਂ ਦਾ ਬੀਜ ਕਿੰਨਾ ਪੈਂਦਾ ਅਤੇ ਕਣਕ ਦਾ ਕਿੰਨਾ ਪੈਂਦਾ, ਤਾਂ ਬਾਕੀ ਜਿਹੜਾ ਗੰਨਾ ਆ ਉਹ ਕਿੰਨਾ ਲੱਗਦਾ ਏਕੜ ਦੇ ਵਿੱਚ। ਪਰ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਕਿ ਸਿਆਸਤ ਜਿਹੜੀ ਹੈ ਇਹ ਏਕੜ ਛੱਡ ਕੇ ਕੀ ਇਹ ਕਦਮ ਦੇ ਉੱਤੇ ਕਿੰਨਾ ਰੁਖ ਬਦਲਦੀ ਹੈ ਸਿਆਸਤ। ਉਹ ਗੱਲਾਂ ਉਹਨਾਂ ਨੂੰ ਸਮਝ ਨਹੀਂ ਆਉਣੀਆਂ। ਸਿਆਸਤ ਵਿੱਚ ਕਿਹਾ ਕੁਛ ਹੋਰ ਜਾਂਦਾ ਹੈ, ਕहीं पे निगाहें कहीं पे निशाना, ਗੱਲ ਕੋਈ ਹੋਰ ਕੀਤੀ ਜਾਂਦੀ ਹੈ ਅਤੇ ਉਹਦੇ ਪਿੱਛੇ ਮਕਸਦ ਕੁਛ ਹੋਰ ਹੁੰਦਾ ਹੈ। ਹੁਣ ਖੇਤੀ ਕਾਨੂੰਨ ਸਰਕਾਰ ਲਿਆਈ ਸੀ, ਕਿਸਾਨਾਂ ਨੇ ਦਬਾਅ ਬਣਾ ਕੇ ਬੜਾ ਵੱਡਾ ਅੰਦੋਲਨ ਛੇੜ ਕੇ ਉਹ ਕਾਨੂੰਨ ਜਦੋਂ ਵਾਪਸ ਕਰਵਾ ਦਿੱਤੇ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਲੱਗਿਆ ਹੋਣਾ ਵੀ ਇਹਨਾਂ ਨੇ ਦਬਾਅ ਪਾ ਕੇ ਜਿਹੜੇ ਐਡੇ ਵਧੀਆ ਕਾਨੂੰਨ ਅਸੀਂ ਲਿਆਂਦੇ ਸੀ। ਔਰ ਵਾਰ-ਵਾਰ ਇਹ ਗੱਲ ਕਹੀ ਜਾਂਦੀ ਰਹੀ ਕੇਂਦਰ ਸਰਕਾਰ ਵੱਲੋਂ ਕਿ ਇਹ ਤਾਂ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ, ਅਤੇ ਕਿਸਾਨ ਇਹਨਾਂ ਦਾ ਹੀ ਵਿਰੋਧ ਕਰੀ ਜਾਂਦੇ ਹੈ। ਫਿਰ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹਨੇ ਵੀ ਕਿਹਾ ਸੀਗਾ ਕਿ ਇਹ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਆ ਜੀ ਉਹ ਤਾਂ ਇਹਨਾਂ ਦੇ ਹੱਕ ਵਿੱਚ ਹੀ ਸੀਗੇ ਅਤੇ ਇਹਨਾਂ ਨੂੰ ਕਿੱਦਾਂ ਰੱਦ ਕਰ ਦਿੱਤਾ ਗਿਆ। ਅਤੇ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਵੀ ਵਿੱਚ ਹਿੱਲ ਜੁਲ ਕਰ ਰਹੀਆਂ ਨੇ ਕਿ ਸ਼ਾਇਦ ਉਹਨਾਂ ਕਾਨੂੰਨਾਂ ਨੂੰ ਕੋਈ ਹੋਰ ਸ਼ੇਪ ਦੇ ਕੇ ਜਾਂ ਕਿਸੇ ਹੋਰ ਰੰਗ ਢੰਗ ਨਾਲ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਇਹ ਮਾਮਲਾ ਬਹੁਤ ਗੈਰ ਗੰਭੀਰ ਹੈ। ਔਰ ਜੇ ਇੱਦਾਂ ਦਾ ਸਾਰਾ ਕੁਛ ਚੱਲ ਰਿਹਾ ਇਹਦੇ ਪਿੱਛੇ ਸੋਚ ਇੱਦਾਂ ਦੀ ਚੱਲ ਰਹੀ ਹੈ, ਕੋਈ ਵਿਚਾਰਧਾਰਾ ਇੱਦਾਂ ਦੀ ਚੱਲ ਰਹੀ ਹੈ ਕੇਂਦਰ ਦੀ, ਤਾਂ ਫਿਰ ਕੇਂਦਰ ਸਰਕਾਰ ਜਿਹੜੀ ਆ ਉਹ ਬੜੇ ਸਿੱਧੇ ਹੱਥ ਨਾਲ ਕਿਸਾਨਾਂ ਨੂੰ MSP ਦੀ ਗਰੰਟੀ ਕਿਵੇਂ ਦੇ ਸਕਦੀ ਹੈ? ਕਿਸਾਨਾਂ ਨੇ ਜਦੋਂ ਖੇਤੀ ਕਾਨੂੰਨ ਰੱਦ ਹੋ ਗਏ ਸੀ ਤਾਂ ਸਭ ਤੋਂ ਵੱਡੀ ਮੰਗ ਜਿਹੜੀ ਮਗਰ ਰਹਿ ਗਈ ਸੀ, ਬਾਕੀ ਉਹ ਇਹੀ ਸੀ ਕਿ ਸਾਨੂੰ MSP ਦੀ ਲਿਖਤੀ ਗਰੰਟੀ ਦਿੱਤੀ ਜਾਵੇ।
ਲਿਖਤੀ ਗਰੰਟੀ ਹੋਵੇ ਕਿ ਕਿਹੜੀ ਜਿਣਸ ਜਿਹੜੀ ਆ ਉਹ ਕਿਸ ਭਾਅ ਚੁੱਕੀ ਜਾਵੇਗੀ, ਉਹਦੇ ਬਾਰੇ ਬਕਾਇਦਾ ਇੱਕ ਨੀਤੀ ਬਣਾਈ ਜਾਵੇ। ਸਰਕਾਰ ਨੇ ਕਹਿ ਦਿੱਤਾ ਠੀਕ ਹੈ ਜੀ, ਆਪਾਂ ਕਮੇਟੀ ਬਣਾਵਾਂਗੇ ਜਿਹਦੇ 'ਚ ਖੇਤੀ ਮਾਹਰ ਵੀ ਹੋਣਗੇ, ਜਿਹਦੇ 'ਚ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ ਅਤੇ ਕਿਸਾਨ ਵੀ ਹੋਣਗੇ, ਅਤੇ ਆਪਾਂ ਲਓ ਜੀ ਆ ਤਾਂ ਬਣ ਗਿਆ ਬਸ ਕਮੇਟੀ ਬਣਾ ਕੇ ਆਪਾਂ ਹੁਣ ਜਦ ਹੀ ਇਹਨੂੰ ਕਰ ਦਿੰਦੇ ਹਾਂ। ਨਵੰਬਰ ਦੇ ਕਾਨੂੰਨ ਰੱਦ ਹੋਏ ਨੇ, ਤੁਸੀਂ ਗਿਣ ਲਓ ਕਿੰਨੇ ਮਹੀਨੇ ਹੋ ਗਏ ਨੇ, ਅਜੇ ਤੱਕ ਉਹ ਕਮੇਟੀ ਨਹੀਂ ਬਣੀ। ਅਤੇ ਹੁਣ ਕਿਸਾਨਾਂ ਨੇ ਇੱਕ ਗੱਲ ਤਾਂ ਇਹ ਕਹਿ ਦਿੱਤੀ ਹੈ ਕਿ ਅਸੀਂ ਉਸ ਕਮੇਟੀ ਵਿੱਚ ਜਾਣਾ ਹੀ ਨਹੀਂ, ਅਸੀਂ ਆਪਣੇ ਨਾਂ ਹੀ ਨਹੀਂ ਦੇਣੇ। ਅਤੇ ਸਰਕਾਰ ਜਿਹੜੀ ਆ ਉਹ ਇਸ ਪਾਸਿਓਂ ਫੇਰ ਸੱਚਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੇਖੋ ਜੀ ਅਸੀਂ ਕਮੇਟੀ ਬਣਾਉਣ ਲਈ ਤਿਆਰ ਬੈਠੇ ਹਾਂ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਦਾ ਬਿਆਨ ਆਇਆ ਅੱਜ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਕਮੇਟੀ ਬਣਾਉਣ ਲਈ ਤਿਆਰ ਬੈਠੇ ਹਾਂ, ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਕੋਈ 2-3 ਨਾਂ ਦਿਓ ਸਾਨੂੰ ਅਤੇ ਆਪਾਂ ਉਹਦੇ 'ਚ ਬੈਠ ਕੇ ਫੈਸਲਾ ਕਰੀਏ ਅਤੇ MSP ਬਾਰੇ ਅਸੀਂ ਕੋਈ ਬੜੀ ਪ੍ਰਭਾਵਸ਼ਾਲੀ ਨੀਤੀ ਜਿਹੜੀ ਆ ਬਣਾਈਏ, ਜਿਹੜੀ ਪਾਰਦਰਸ਼ੀ ਢੰਗ ਦੇ ਨਾਲ ਕੰਮ ਕਰੇ ਔਰ ਉਹਦੇ ਵਿੱਚ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਪੂਰਾ ਧਿਆਨ ਰੱਖਿਆ ਜਾਵੇ। ਇਸ ਤਰ੍ਹਾਂ ਦਾ ਅਸੀਂ ਤਾਂ ਚਾਹੁੰਦੇ ਹਾਂ। ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜ਼ੀਰੋ ਬਜਟ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਸੋ ਇਹ ਕਮੇਟੀ ਜਿਹੜੀ ਹੈ ਉਹ ਸਾਰੇ ਕੰਮ ਕਰੇਗੀ। ਪਰ ਕਿਸਾਨ ਜਿਹੜੇ ਨੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਹੁਣ ਕੋਈ ਸਾਡੇ ਨਾਲ ਹੋਰ ਖੇਡ ਨਾ ਹੋ ਜਾਏ, ਕੋਈ ਹੋਰ ਗੇਮ ਨਾ ਹੋ ਜਾਏ, ਇਸ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਜੀ ਨਹੀਂ, ਅਸੀਂ ਹੁਣ ਉਸ ਕਮੇਟੀ ਦੇ ਵਿੱਚ ਆਉਣਾ ਹੀ ਨਹੀਂ। ਤੁਸੀਂ ਕਾਨੂੰਨ ਪਾਸ ਕਰੋ ਆਪਣੇ ਆਪ, ਜਿੱਦਾਂ ਪਹਿਲਾਂ ਕਾਨੂੰਨ ਪਾਸ ਕੀਤੇ ਸੀ ਉਸ ਤਰ੍ਹਾਂ ਹੀ ਤੁਸੀਂ ਕਾਨੂੰਨ ਪਾਸ ਕਰੋ MSP ਦੇ ਹੱਕ ਦੇ ਵਿੱਚ ਕਿ ਆਹ ਕਾਨੂੰਨ ਜਿਹੜਾ ਅਸੀਂ ਉਹ ਬਣਾ ਰਹੇ ਹਾਂ। ਇਸ ਕਰਕੇ ਕਿਸਾਨ ਜਿਹੜੇ ਨੇ ਉਹ ਬਜਾਏ ਇਹਦੇ ਕਿ ਕਮੇਟੀ ਨੂੰ ਆਪਣੇ ਨਾਂ ਦੇਣ, ਉਹਨਾਂ ਨੇ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ ਜਿਹੜੇ ਨੇ ਨਾਲ ਹੀ ਸ਼ੁਰੂ ਕਰ ਦਿੱਤੇ ਨੇ। ਇੱਥੋਂ ਤੱਕ ਕਿ ਜਿਹੜਾ ਮਹਿਲਾ ਕਿਸਾਨ ਯੂਨੀਅਨ ਹੈ ਜਿਹੜੀ, ਉਹਦੇ ਵੱਲੋਂ ਵੀ ਕੱਲ੍ਹ ਤੋਂ ਇੱਕ MSP ਦੀਆਂ ਮੰਗਾਂ ਬਾਰੇ, MSP ਦੀ ਮੰਗ ਬਾਰੇ ਹਫ਼ਤਾ ਮਨਾਇਆ ਜਾ ਰਿਹਾ, ਕੱਲ੍ਹ ਤੋਂ ਸ਼ੁਰੂ ਹੋਣਾ। ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਔਰ ਜ਼ੋਰ ਸ਼ੋਰ ਨਾਲ ਅਸੀਂ ਇਹ ਗੱਲ ਉਠਾਵਾਂਗੇ ਕਿ ਸਾਡੀ ਮੰਗ ਜਿਹੜੀ ਆ ਉਹ ਤੁਰੰਤ ਮੰਨੀ ਜਾਵੇ ਔਰ ਜਿਹੜਾ MSP ਬਣਾਉਣਾ ਹੈ, ਕਾਨੂੰਨ ਬਣਾਉਣਾ ਹੈ, ਉਹਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਿਹੜੀਆਂ ਲਾਗੂ ਕੀਤੀਆਂ ਜਾਣ। ਹੁਣ ਇਹ ਕਿਸਾਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਕਿ ਇੰਨੇ ਸਾਲ ਹੋ ਗਏ ਸਵਾਮੀਨਾਥਨ ਕਮਿਸ਼ਨ ਬਣੇ ਨੂੰ, ਉਹਦੀ ਰਿਪੋਰਟ ਨੂੰ ਵੀ ਮੈਨੂੰ ਲੱਗਦਾ ਘੁਣ ਲੱਗ ਗਿਆ ਹੋਣਾ, ਸਿਉਂ ਖਾ ਗਈ ਹੋਣੀ ਹੁਣ ਤੱਕ, ਅਤੇ ਉਹ ਅੱਜ ਫਿਰ ਇਹ ਗੱਲ ਕਰਦੇ ਨੇ ਅਤੇ ਉਹਨੂੰ ਕਿਸੇ ਸਰਕਾਰ ਨੇ, ਨਾ ਕਾਂਗਰਸ ਦੀ ਸਰਕਾਰ ਨੇ ਲਾਗੂ ਕੀਤਾ, ਨਾ ਉਹਦੇ ਤੋਂ ਬਾਅਦ ਪਹਿਲੀ ਜਿਹੜੀ ਸੀ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ, ਨਾ ਉਹਨੇ ਲਾਗੂ ਕੀਤਾ, ਨਾ ਹੁਣ ਵਾਲੀ ਨੇ ਲਾਗੂ ਕੀਤਾ, ਅਤੇ ਅੱਗੋਂ ਵੀ ਉਹਦੀ ਕੋਈ ਸੰਭਾਵਨਾ ਨਹੀਂ ਹੈ ਉਹਨੂੰ ਲਾਗੂ ਕਰਨ ਦੀ। ਗੱਲਾਂ ਬੇਸ਼ੱਕ ਜਿੰਨੀਆਂ ਮਰਜ਼ੀ ਹੋਈ ਜਾਣ। ਇਸ ਕਰਕੇ ਪਤਾ ਨਹੀਂ, ਸ਼ਾਇਦ ਕਿਸਾਨਾਂ ਨੂੰ ਫੇਰ ਅੰਦੋਲਨ ਦੇ ਰਾਹ ਹੀ ਤੁਰਨਾ ਪਵੇ। ਸੋ ਅਜੇ ਤੱਕ ਸਿਰਫ ਇਸ ਬਾਰੇ ਗੱਲਾਂ ਹੀ ਹੋ ਰਹੀਆਂ ਨੇ, ਅਮਲੀ ਤੌਰ 'ਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਕਿਸੇ ਵੀ ਧਿਰ ਵੱਲੋਂ। ਹਾਂਜੀ। ਤੇ ਸਰ ਅਖੰਡ ਭਾਰਤ ਦੀ ਗੱਲਬਾਤ ਆ ਰਹੀ ਆ, ਭਾਰਤ ਕਦੇ ਡਿਵਾਈਡਡ ਆ ਕਦੇ ਕਿਵੇਂ ਆ। ਕਹਿੰਦੇ ਦੇਸ਼ ਵਿੱਚ 15 ਸਾਲਾਂ ਦੇ ਵਿੱਚ ਅਖੰਡ ਭਾਰਤ ਬਣਾ ਦਿੱਤਾ ਜਾਊਗਾ ਤੇ ਜਿਹੜੇ ਰਸਤੇ 'ਚ ਆਉਣਗੇ ਉਹਨਾਂ ਨੂੰ ਮਿਟਾ ਦਿੱਤਾ ਜਾਵੇਗਾ। ਮੋਹਨ ਭਾਗਵਤ ਹੋਰਾਂ ਨੇ ਗੱਲ ਕਹੀ ਹੈ। ਤੇ ਵੈਸੇ ਉਦੋਂ ਜਦੋਂ ਹਿੰਦੂ ਮਹਾਸਭਾ ਅਤੇ ਜਦੋਂ ਸਰਦਾਰ ਪਟੇਲ ਜੀ ਲੱਗੇ ਸੀ ਅਖੰਡ ਭਾਰਤ ਬਣਾਉਣ, ਤੇ ਉਦੋਂ ਦੀਆਂ ਤਾਕਤਾਂ ਨੂੰ ਵੀ ਯਾਦ ਕਰ ਲੈਣਾ ਚਾਹੀਦਾ। ਕਿਹਨੂੰ ਵਾਰਾ ਨਹੀਂ ਸੀ ਖਾਂਦਾ, ਵਾਰਾ ਨਹੀਂ ਜੇ ਖਾਂਦਾ ਸਾਨੂੰ। RSS ਦੇ ਮੁਖੀ ਜਿਹੜੇ ਮੋਹਨ ਭਾਗਵਤ ਜੀ ਹੈ, ਉਹ ਬੀਤੇ ਦਿਨ ਹਰਿਦੁਆਰ ਦੇ ਵਿੱਚ ਸੀ। ਉੱਥੇ ਕੋਈ ਆਚਾਰੀਆ ਹੈਗੇ ਆ ਜਿਹੜੇ ਉਹਨਾਂ ਨੂੰ ਕੁਛ ਸਨਮਾਨਿਤ ਕਰਨਾ ਸੀ, ਕੁਛ ਉੱਥੇ ਕੋਈ ਮੰਦਰ ਜਾਂ ਕੁਛ ਇਸ ਤਰ੍ਹਾਂ ਦਾ ਪ੍ਰਤਿਸ਼ਠਾਨ ਬਣਾਇਆ ਗਿਆ ਜਿਹਦੇ ਆਪਣੇ ਬਕਾਇਦਾ ਓਪਨਿੰਗ ਵੀ ਕਰਨੀ ਸੀ। ਇਸ ਸਿਲਸਿਲੇ ਵਿੱਚ ਉੱਥੇ ਆਏ ਸੀ ਉਹ ਹਰਿਦੁਆਰ ਦੇ ਵਿੱਚ, ਅਤੇ ਉੱਥੇ ਉਹ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਿਹਾ ਸੀ ਕਿ 15 ਸਾਲਾਂ ਦੇ ਵਿੱਚ ਜਿਹੜਾ ਸਾਡਾ ਦੇਸ਼ ਹੈ ਅਖੰਡ ਭਾਰਤ ਬਣ ਜਾਏਗਾ। ਹੁਣ ਅਖੰਡ ਭਾਰਤ ਤੋਂ ਮਤਲਬ ਪੂਰੀ ਤਰ੍ਹਾਂ ਜਾਂ ਤਾਂ ਉਹ ਕਲੀਅਰ ਕਰਨ, ਪਰ ਜੋ ਅਸੀਂ ਸਮਝਦੇ ਹਾਂ ਉਹ ਇਹੀ ਹੈ, ਕਿਉਂਕਿ RSS ਦੀ ਜਿਹੜੀ ਵਿਚਾਰਧਾਰਾ ਹੈ ਲਗਭਗ ਉਹੀ ਕਿਸੇ ਨਾ ਕਿਸੇ ਹੱਦ ਤੱਕ ਭਾਰਤੀ ਜਨਤਾ ਪਾਰਟੀ ਦੇ ਰਾਹੀਂ ਵੀ ਝਲਕ ਰਹੀ ਹੈ। ਅਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਸਭ ਤੋਂ ਪਹਿਲਾਂ ਉਹਦੀਆਂ ਮੰਗਾਂ ਹੀ 2 ਸੀਗੀਆਂ। ਜਦੋਂ ਉਹਨਾਂ ਨੇ ਕਿਹਾ ਸੀਗਾ ਕਿ 1 ਸਾਲ ਸਿਵਲ ਕੋਡ ਲਾਗੂ ਕੀਤਾ ਜਾਏਗਾ ਸਾਰੇ ਦੇਸ਼ ਵਿੱਚ, ਔਰ ਜਿਹੜਾ ਉਹ ਇੱਕ ਸੰਵਿਧਾਨ ਹੋਏਗਾ, ਇੱਕ ਨਿਸ਼ਾਨ ਹੋਏਗਾ, ਇਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਲੈ ਕੇ ਆਏ ਸੀਗੇ। ਅਤੇ ਉਹ ਚੀਜ਼ਾਂ ਲਾਗੂ ਜਿਹੜੀਆਂ ਨੇ ਉਹ ਨਹੀਂ ਹੋ ਸਕੀਆਂ ਸੀ ਬਾਅਦ ਦੇ ਵਿੱਚ। ਜਿਹੜੀਆਂ 3 ਮੇਨ ਪੁਆਇੰਟ ਨੁਕਤਿਆਂ ਨੂੰ ਲੈ ਕੇ ਆਏ ਸੀ, ਉਹ ਅੱਜ ਤੱਕ ਉੱਦਾਂ ਹੀ ਰੜਕ ਰਹੇ ਨੇ। ਸਾਰੇ ਹਿੰਦੁਸਤਾਨ ਦੇ ਵਿੱਚ ਇੱਦਾਂ ਦਾ ਅਜਿਹਾ ਕੁਛ ਵੀ ਨਹੀਂ ਹੋ ਸਕਿਆ।
ਪਰ ਹੁਣ ਸ਼ਾਇਦ ਫਿਰ ਇਹਨਾਂ ਨੂੰ ਮੋਹਨ ਭਾਗਵਤ ਜੀ ਨੂੰ ਇਸ ਤਰ੍ਹਾਂ ਦਾ ਕੁਝ ਲੱਗਿਆ ਹੋਵੇਗਾ ਕਿ ਅੱਗੋਂ ਅਸੀਂ ਆਉਣ ਵਾਲੇ ਦਿਨ, ਉਹ ਕਹਿੰਦੇ ਨੇ ਜਿਹੜੇ ਸੰਤਾਂ ਤੇ ਜੋਤਸ਼ੀਆਂ ਨੇ ਕੋਈ ਭਵਿੱਖਬਾਣੀ ਕੀਤੀ ਹੈ ਉਹ ਤਾਂ ਇਹ ਕਹਿ ਰਹੇ ਨੇ ਕਿ 20-25 ਸਾਲਾਂ ਵਿੱਚ ਹੋਏਗਾ। ਪਰ ਅਸੀਂ ਇਹ ਕਹਿੰਦੇ ਹਾਂ ਕਿ ਜੇ ਆਪਾਂ ਇਹਦੇ ਵਾਸਤੇ ਕੋਸ਼ਿਸ਼ ਕਰੀਏ, ਜਦੋਜਹਿਦ ਕਰੀਏ, ਤਾਂ ਇਹ 10 ਤੋਂ 15 ਸਾਲਾਂ ਵਿੱਚ ਅਖੰਡ ਭਾਰਤ ਬਣ ਸਕਦਾ ਹੈ, ਜਿਹਦੇ ਵਿੱਚ ਸਾਰੇ ਲੋਕ ਜਿਹੜੇ ਆ ਉਹ ਇੱਕੋ ਰਸਤੇ ਚੱਲਣਗੇ, ਇੱਕੋ ਤਰ੍ਹਾਂ ਦੀ ਸੋਚ, ਇੱਕੋ ਤਰ੍ਹਾਂ ਦੀ ਵਿਚਾਰਧਾਰਾ, ਇੱਕੋ ਤਰ੍ਹਾਂ ਦਾ ਝੰਡਾ, ਇੱਕੋ ਤਰ੍ਹਾਂ ਦਾ ਨਿਸ਼ਾਨ, ਇੱਕੋ ਤਰ੍ਹਾਂ ਦਾ ਕਾਨੂੰਨ, ਇਹ ਸਾਰਾ ਕੁਝ ਜਿਹੜਾ ਮਤਲਬ ਇਹਦੇ ਪਿੱਛੇ ਸ਼ਾਇਦ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਵਿਚਾਰਧਾਰਾ ਜਾਂ ਆਈਡੀਓਲੋਜੀ ਹੈ ਜਿਹਨੂੰ ਉਹ ਇਹ ਕਹਿ ਰਹੇ ਨੇ। ਅਖੰਡ ਭਾਰਤ ਦਾ ਮਤਲਬ ਇਹ ਹੀ ਹੋਵੇਗਾ ਨਾ ਫਿਰ ਕਿ ਸਾਰੇ ਭਾਰਤ ਦੇ ਲੋਕ ਜਿਹੜੇ ਆ ਉਹ ਇਕਜੁੱਟ ਹੋਣਗੇ, ਇਕੱਠੇ ਹੋਣਗੇ। ਹੁਣ ਇੱਥੇ ਤਾਂ ਸਾਰੇ ਲੋਕਾਂ ਨੂੰ ਆਪਣਾ ਆਪਣਾ ਧਰਮ ਮੰਨਣ ਦੀ ਵੀ ਆਜ਼ਾਦੀ ਮਿਲੀ ਹੋਈ ਹੈ ਸੰਵਿਧਾਨ ਦੇ ਵਿੱਚ। ਫਿਰ ਉਹਨਾਂ ਨੂੰ ਆਪਣੇ ਆਪਣੇ ਢੰਗ ਨਾਲ ਰਸਮਾਂ ਰਿਵਾਜ, ਰੀਤੀ ਤਿਉਹਾਰ, ਸਾਰਾ ਕੁਝ ਉਹਨਾਂ ਨੂੰ ਮਨਾਉਣ ਦਾ, ਖਾਣ ਪੀਣ ਦਾ ਸਾਰਾ ਕੁਝ ਵੱਖਰਾ ਵੱਖਰਾ। ਔਰ ਇੰਨੀਆਂ ਭਾਸ਼ਾਵਾਂ ਨੇ, ਇੰਨੀਆਂ ਬੋਲੀਆਂ ਨੇ ਦੇਸ਼ ਦੇ ਵਿੱਚ ਬੋਲੀਆਂ ਜਾਂਦੀਆਂ, ਸਭ ਵਾਸਤੇ ਉਹਨਾਂ ਨੂੰ ਆਜ਼ਾਦੀ ਪ੍ਰਾਪਤ ਹੈ। ਅਤੇ ਕੀ ਇਸ ਤਰ੍ਹਾਂ ਦਾ ਕੁਝ ਕੀਤਾ ਜਾਏਗਾ ਜਿਹੜਾ ਹੌਲੀ ਹੌਲੀ ਸੰਵਿਧਾਨ ਵਿੱਚ ਤਬਦੀਲੀ ਕਰਕੇ ਉਹਨੂੰ ਇਸ ਪਾਸੇ ਨੂੰ ਢਾਲਿਆ ਜਾਏਗਾ? ਕਿਉਂ? ਬੇਸ਼ੱਕ ਉਹਨਾਂ ਦੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈ, ਮਤਲਬ ਉਹ ਕਿਤੇ ਨਾ ਕਿਤੇ ਰੜਕਦੀ ਜ਼ਰੂਰ ਹੈ। ਜਿੰਨੇ ਵੀ ਬੁੱਧੀਜੀਵੀ ਲੋਕ ਹੈ ਜਾਂ ਸੋਚਵਾਨ ਨੇ, ਸੂਝਵਾਨ ਨੇ, ਉਹਨਾਂ ਨੂੰ ਰੜਕਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਉੱਦਾਂ ਤਾਂ ਅਹਿੰਸਾ ਦੇ ਰਾਹੀਂ ਇਹ ਸਾਰਾ ਕੁਝ ਕਰਨਾ ਚਾਹੁੰਦੇ ਹਾਂ। ਅਹਿੰਸਾ ਦਾ ਰਸਤਾ ਨਹੀਂ ਅਸੀਂ ਛੱਡਾਂਗੇ, ਅਹਿੰਸਾ ਦੇ ਰਸਤੇ ਉੱਤੇ ਚੱਲਾਂਗੇ। ਪਰ ਹਿੰਸਾ ਵਾਲੀਆਂ ਗੱਲਾਂ ਮਨਾਉਣ ਵਾਸਤੇ ਸਾਡੇ ਹੱਥ 'ਚ ਡੰਡਾ ਵੀ ਹੋਵੇਗਾ। ਹੁਣ ਇਹ ਗੱਲ ਦਾ ਵੀ ਕੁਛ ਮਤਲਬ ਸਮਝਣਾ ਪੈਣਾ ਕਿ ਗੱਲਾਂ ਤਾਂ ਅਹਿੰਸਾ ਦੇ ਨਾਲ ਹੀ ਮਨਾਉਣੀਆਂ ਉਹਨਾਂ ਨੇ, ਪਰ ਡੰਡਾ ਜ਼ਰੂਰ ਹੱਥ ਦੇ ਵਿੱਚ ਰੱਖਣਾ ਹੈ। ਇਸ ਕਰਕੇ ਉਹਨਾਂ ਨੇ ਦੂਜੀ ਗੱਲ ਇਹ ਵੀ ਕਹੀ ਹੈ ਕਿ ਜਿਹੜੇ ਇਹਦੇ ਰਸਤੇ ਵਿੱਚ ਆਉਣਗੇ ਉਹ ਮਿਟ ਜਾਣਗੇ। ਮਿਟਣਗੇ ਫਿਰ ਕਾਹਦੇ ਨਾਲ? ਉਹ ਕਿਸ ਤਰ੍ਹਾਂ ਮਿਟਣਗੇ? ਉਹ ਸ਼ਾਇਦ ਇਸ ਤਰ੍ਹਾਂ ਹੀ ਮਿਟ ਜਾਣਗੇ। ਮਤਲਬ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਕਿ 15 ਸਾਲਾਂ ਤੱਕ ਜਿਹੜਾ ਭਾਰਤ ਹੈ ਉਹ ਅਖੰਡ ਭਾਰਤ ਬਣ ਜਾਏਗਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਤੇ ਸਤਲੁਜ ਦਰਿਆ ਦੇ ਵਿੱਚ ਸ਼ੁਰੂ ਤੋਂ ਕਹਾਣੀਆਂ ਚੱਲਦੀਆਂ ਆਈਆਂ ਜੀ ਕਿ ਦੂਸ਼ਿਤ ਪਾਣੀ ਸੁੱਟਿਆ ਜਾ ਰਿਹਾ, ਲੁਧਿਆਣੇ ਦੀਆਂ ਫੈਕਟਰੀਆਂ, ਬੁੱਢਾ ਨਾਲਾ, ਕਿੱਥੇ ਕਿੱਥੇ ਜਾਈਏ, ਕਿਹਦੀ ਕਿਹਦੀ ਗੱਲ ਕਰੀਏ। ਤੇ ਇਸ ਜ਼ਹਿਰ ਨਾਲ ਪੰਜਾਬ ਤੇ ਰਾਜਸਥਾਨ ਦੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਨੇ, ਇਹ ਵੀ ਗੱਲ ਪਤਾ ਹੈ। ਤੇ ਗੱਲ ਕੋਈ ਨਵੀਂ ਵੀ ਆ ਰਹੀ ਹੈ ਕਿ ਅੰਕੜਿਆਂ ਦੇ ਵਿੱਚ ਵਾਧਾ ਹੋ ਗਿਆ ਹੋਵੇ, ਵੀ ਅੱਗੇ 35% ਲੋਕ ਬਿਮਾਰ ਹੁੰਦੇ ਸੀ, ਹੁਣ 45 ਹੋਣ ਲੱਗ ਗਏ। ਹਾਂਜੀ ਸਰ। ਗੱਲ ਨਵੀਂ ਤਾਂ ਰਮਨ ਜੀ ਇਹਦੇ ਵਿੱਚ ਇਹ ਆ ਰਹੀ ਹੈ ਵੀ ਇਹਦੇ 'ਚ ਕੋਈ ਗੱਲ ਵੀ ਨਹੀਂ ਹੋਰ ਆ ਰਹੀ ਨਵੀਂ, ਸਾਰਾ ਕੁਝ ਪਹਿਲਾਂ ਵਾਲਾ ਹੀ ਆ ਰਿਹਾ ਹੈ। ਹਰ ਵਾਰ ਸਰਕਾਰਾਂ ਬਦਲਦੀਆਂ ਨੇ, ਉਹਨਾਂ ਦੇ ਨਾਅਰੇ ਬਦਲਦੇ ਨੇ, ਉਹਨਾਂ ਦੀਆਂ ਗੱਲਾਂ ਬਦਲਦੀਆਂ ਨੇ, ਪਰ ਹੁੰਦਾ ਕੁਝ ਨਹੀਂ। ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ। ਇਸ ਕਰਕੇ ਇਹ ਗੱਲ ਹੀ ਨਵੀਂ ਹੁੰਦੀ ਹੈ ਕਿ ਇਹ ਵੇਖ ਲਓ ਬਾਕੀ ਸਾਰਾ ਕੁਝ ਬਦਲ ਗਿਆ। ਆਹ 20-25 ਸਾਲਾਂ ਤੋਂ ਰੌਲਾ ਪੈ ਰਿਹਾ ਬੜੇ ਜ਼ੋਰ ਸ਼ੋਰ ਨਾਲ। ਉਸ ਤੋਂ ਪਹਿਲਾਂ ਵੀ ਸ਼ਾਇਦ ਹੋਏ, ਪਰ 20-25 ਸਾਲ 30 ਸਾਲ ਤਾਂ ਹੋ ਗਏ ਜਿਹੜੇ ਮੈਨੂੰ ਦੇਖਦਿਆਂ, ਕਿਉਂਕਿ ਸਤਲੁਜ ਦਰਿਆ ਇਹ ਉਹ ਹੈ ਜਿਹਦੇ ਵਿੱਚ ਅਸੀਂ ਆਪ ਖੁਦ ਮੱਝਾਂ ਚਾਰਦੇ ਰਹੇ, ਨਹਾਉਂਦੇ ਰਹੇ ਅਤੇ ਆਪ ਵੀ ਨਹਾਉਂਦੇ ਰਹੇ ਹਾਂ। ਅਤੇ ਹੁਣ ਉਹਦੇ ਕੋਲੋਂ ਵੀ ਮੂੰਹ ਦੇ ਉੱਤੇ ਜਿਵੇਂ ਲੀੜਾ ਜਿਹਾ ਬੰਨ੍ਹ ਕੇ ਲੰਘਣਾ ਪੈਂਦਾ ਦਰਿਆ ਦੇ ਉੱਤੋਂ ਦੀ ਵੀ, ਜੇ ਲੰਘਣਾ ਹੋਵੇ ਤਾਂ। ਮਤਲਬ ਇੱਦਾਂ ਦੀ ਹਾਲਤ ਉਹਦੀ ਬਣ ਗਈ ਹੈ। ਉਹਦੇ 'ਚ ਫੈਕਟਰੀਆਂ ਦਾ, ਹੋਰ ਅਦਾਰਿਆਂ ਦਾ, ਹੋਰ ਕਈ ਤਰ੍ਹਾਂ ਦਾ ਉਹਦੇ ਵਿੱਚ ਗੰਦਾ ਮੰਦਾ ਪਾਣੀ, ਕੂੜਾ ਕਰਕਟ, ਆਂਢ ਗੁਆਂਢ ਦਾ ਕਈ ਕੁਛ, ਸੀਵਰੇਜ ਦਾ ਪਾਣੀ ਇੱਦਾਂ ਉਹਦੇ ਵਿੱਚ ਸਿੱਟਿਆ ਜਾ ਰਿਹਾ, ਜਿਹਦੇ ਕਰਕੇ ਉਹ ਪਾਣੀ ਸਾਰਾ ਜਿਹੜਾ ਉਹ ਖਰਾਬ ਹੋ ਗਿਆ। ਔਰ ਉਹਦੇ ਨਾਲ ਇਫੈਕਟ ਅੱਗੇ ਪੈ ਰਿਹਾ ਜਿੱਥੇ ਜਾ ਕੇ ਜਿਨ੍ਹਾਂ ਲੋਕਾਂ ਦੇ ਕੋਲ ਪਾਣੀ ਦੀ ਬੜੀ ਘਾਟ ਹੈ, ਪੀਣ ਵਾਲਾ ਪਾਣੀ ਵੀ ਨਹੀਂ ਹੈ, ਜਿਹੜੇ ਦਰਿਆਵਾਂ ਦਾ ਪਾਣੀ ਹੀ ਮਾੜਾ ਮੋਟਾ ਸਾਫ਼ ਕਰਕੇ ਜਾਂ ਫਿਲਟਰ ਕਰਕੇ ਉਹਨੂੰ ਪੀਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਦੇ 'ਚ ਫਿਰ ਵੀ ਕੋਈ ਨਾ ਕੁਝ ਰਹਿ ਜਾਂਦਾ ਹੈ, ਜਿਹਦੇ ਨਾਲ ਉਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ। ਇਹ ਜਿਹੜਾ ਆਪਣਾ ਮਾਲਵੇ ਦਾ ਇਲਾਕਾ ਹੈ ਕੁਛ, ਅਤੇ ਰਾਜਸਥਾਨ ਦਾ ਇਲਾਕਾ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਹਦੀ ਮਾਰ ਪਈ ਹੈ। ਹੁਣ ਨਵੀਂ ਗੱਲ ਇਸ ਕਰਕੇ ਹੋਈ ਹੈ ਕਿ ਇੱਕ ਪਬਲਿਕ ਐਕਸ਼ਨ ਕਮੇਟੀ ਬਣੀ ਹੈ ਨਵੀਂ, ਜਿਨ੍ਹਾਂ ਨੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਇਹ ਅਰਦਾਸ ਕੀਤੀ ਹੈ ਕਿ ਅਸੀਂ ਇਹਦੇ ਪਾਣੀ ਨੂੰ ਸਵੱਛ ਬਣਾਉਣ ਵਾਸਤੇ ਬੀੜਾ ਚੱਕਿਆ ਅਤੇ ਅਸੀਂ ਇਹਦੇ ਸੰਬੰਧ ਵਿੱਚ ਕਾਰਵਾਈ ਕਰਾਂਗੇ, ਐਕਸ਼ਨ ਕਰਾਂਗੇ। ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ, ਸਰਕਾਰਾਂ ਨੂੰ ਮੰਗ ਪੱਤਰ ਦੇਵਾਂਗੇ, ਕੇਂਦਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਔਰ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੇ ਤੱਕ ਵੀ ਅਸੀਂ ਪਹੁੰਚ ਕਰਾਂਗੇ। ਔਰ ਨਾਲ ਉਹਦੇ ਇੱਕ ਮੱਤੇਵਾੜਾ ਐਕਸ਼ਨ ਕਮੇਟੀ ਹੈ। ਫਿਰ ਇਹਦੇ ਨਾਲ ਕੁਛ ਜਿਹੜੇ ਨੇ ਪਰਿਆਵਰਣ ਪ੍ਰੇਮੀ ਉਹ ਵੀ ਨੇ, ਕੁਛ ਹੋਰ ਲੋਕ ਵੀ ਇਹਦੇ ਨਾਲ ਸ਼ਾਮਲ ਹੋਏ ਨੇ, ਕਾਫੀ ਵੱਡਾ ਉਹਨਾਂ ਦਾ ਇਕੱਠ ਹੋਇਆ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜ਼ੋਰ ਸ਼ੋਰ ਨਾਲ ਉਠਾਈ ਹੈ ਅਤੇ ਉਹਦੇ ਵਿੱਚ 2 ਮਾਮਲੇ ਉਹਨਾਂ ਨੇ ਧਿਆਨ 'ਚ ਲਿਆਂਦੇ ਹੈ। ਇੱਕ ਸਤਲੁਜ ਦਰਿਆ ਦੇ ਦੂਸ਼ਿਤ ਹੋ ਰਹੇ ਪਾਣੀ ਦਾ, ਜ਼ਹਿਰੀਲੇ ਹੋ ਰਹੇ ਪਾਣੀ ਦਾ, ਅਤੇ ਦੂਜਾ ਜਿਹੜਾ ਇਹ ਮਸਲਾ ਉਹ ਹੈ ਮੱਤੇਵਾੜਾ ਦੇ ਜੰਗਲਾਂ ਕੋਲ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾ ਰਿਹਾ ਹੈ, ਜਿਹਦਾ ਵਿਰੋਧ ਕੀਤਾ ਉਹਨਾਂ ਨੇ ਕਿ ਇਹ ਪਾਰਕ ਬਣਨ ਦੇ ਨਾਲ ਲੋਕਾਂ ਦਾ ਜਿਹੜਾ ਉੱਥੇ ਰਹਿਣਾ ਹਰਾਮ ਹੋ ਜਾਏਗਾ, ਆਬੋ ਹਵਾ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਏਗੀ। ਇਸ ਕਰਕੇ ਉਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਵੀ ਅਪਰੋਚ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਉਹਨਾਂ ਕਿਹਾ ਯਤਨ ਜਾਰੀ ਰੱਖਾਂਗੇ, ਦੇਖਦੇ ਹਾਂ ਕਿ ਉਹਨਾਂ ਦੇ ਯਤਨਾਂ ਨੂੰ ਬੂਰ ਪੈਂਦਾ ਹੈ ਕਿ ਨਹੀਂ।
ਜੀ ਹਾਂਜੀ। ਸੰਧੂ ਸਾਹਿਬ, ਖਬਰਾਂ ਦੀ ਜਾਣਕਾਰੀ ਲਈ ਬਹੁਤ ਬਹੁਤ ਮਿਹਰਬਾਨੀ ਜੀ। ਵੈਸੇ ਸਮਾਂ ਘੱਟ ਹੈ, ਜੇ ਹੋ ਸਕੇ ਤੁਸੀਂ 30-35 ਸੈਕਿੰਡ 'ਚ ਦੱਸ ਸਕਦੇ ਹੋ ਵੀ ਮੈਂ ਵੀ ਸੁਣੀ ਸੀ ਪਿੰਡ ਗੱਲਬਾਤ ਹੋਈ, ਕਹਿੰਦੇ ਕਣਕ ਦਾ ਐਤਕੀ ਝਾੜ ਬਹੁਤ ਘੱਟ ਹੈ ਤੇ ਬੋਨਸ ਦੀ ਮੰਗ ਹੋ ਰਹੀ ਹੈ। ਬਿਲਕੁਲ ਬੋਨਸ ਦੀ ਮੰਗ ਹੋ ਰਹੀ ਜੀ। ਕਣਕ ਦਾ ਝਾੜ ਇਸ ਕਰਕੇ ਉਦੋਂ ਕਣਕਾਂ ਬੀਜੀਆਂ ਸੀ, ਕਣਕ ਬੀਜਣ ਤੋਂ ਤੁਰੰਤ ਬਾਅਦ 'ਚ ਬੜੇ ਦਿਨ ਮੀਂਹ ਪੈਂਦਾ ਰਿਹਾ, ਮੌਸਮ ਖਰਾਬ ਰਿਹਾ, ਕੁਛ ਉਹਦਾ ਅਸਰ ਪਿਆ। ਕੁਝ ਜਦੋਂ ਕਣਕ ਹੁਣ ਪੱਕਣ ਦੇ ਉੱਤੇ ਆਈ ਤਾਂ ਗਰਮੀ ਇੱਕਦਮ ਵੱਧ ਗਈ, ਉਹਦਾ ਦਾਣਾ ਕੁਛ ਪਿਚਕ ਗਿਆ, ਸੁੱਕੜ ਗਿਆ। ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਏਜੰਸੀਆਂ ਜਿਹੜੀਆਂ ਉਹ ਇਸ ਕਰਕੇ ਖਰੀਦਣ ਤੋਂ ਨਾਂਹ ਕਰ ਰਹੀਆਂ ਨੇ, ਔਰ ਉਹ ਦਾਣਾ ਸੁੱਕੜਨ ਕਰਕੇ ਉਹਦਾ ਝਾੜ ਜਿਹੜਾ ਹੈ ਉਹ ਵੀ 10-15 ਹਜ਼ਾਰ ਰੁਪਇਆ ਕਿੱਲੇ ਦੇ ਪਿੱਛੇ ਫਰਕ ਪੈ ਗਿਆ। ਕਿਸਾਨ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ 500 ਰੁਪਇਆ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਉਹ ਕੇਂਦਰ ਤੋਂ ਵੀ ਮੰਗ ਕੀਤੀ ਹੈ, ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਸਾਨੂੰ 10-15 ਹਜ਼ਾਰ ਰੁਪਏ ਏਕੜ ਪਿੱਛੇ ਰਗੜਾ ਲੱਗਿਆ, ਸਾਡੀ ਕੁਛ ਮਦਦ ਕਰੋ। ਹੁਣ ਸਰਕਾਰਾਂ ਦੀ ਮਰਜ਼ੀ ਹੈ, ਉਹ ਮਦਦ ਕਰਦੀਆਂ ਕਿ ਨਹੀਂ ਕਰਦੀਆਂ। ਉਹਨਾਂ ਨੇ ਮੰਗ ਆਪਣੀ ਉਠਾ ਦਿੱਤੀ ਹੈ। ਜੀ ਸੰਧੂ ਸਾਹਿਬ, ਤੇ ਹੁਣ ਆਪਣੀ ਛੁੱਟੀ ਥੋੜੀ ਲੰਮੀ ਪੈ ਜਾਣੀ ਹੈ ਜੀ। ਸ਼ੁੱਕਰਵਾਰ ਨੂੰ ਆਪਾਂ ਆਉਣਾ ਨਹੀਂ, ਸੋਮਵਾਰ ਨੂੰ ਆਵਾਂਗੇ। 3 ਦਿਨ ਗੱਲਬਾਤ ਨਹੀਂ ਹੋ ਸਕੇਗੀ ਲਾਈਵ ਆਪਣੀ। ਠੀਕ ਹੈ ਸਰ, ਧੰਨਵਾਦ ਜੀ। ਸੋਮਵਾਰ ਮਿਲਦੇ ਹਾਂ ਜੀ।